ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 266 ਤੋਂ ਲੈ ਕੇ 268 ਤੱਕ ਬਾਣੀ ਦੀ ਵਿਚਾਰ ਕਰਦੇ ਹਾਂ। ਇਹ ਚੌਥੀ ਅਸ਼ਟਪਦੀ ਚੱਲ ਰਹੀ ਹੈ ਜੀ ਸੁਖਮਨੀ ਸਾਹਿਬ ਦੀ। ਸ਼ਲੋਕ ਨਿਰਗੁਣੀ ਯਾਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਹੇ ਨਿਰਗੁਣਿਆਰ, ਇਹ ਗੁਣਾ ਤੋਂ ਹੀਨ ਜੀਵ, ਹੇ ਇਆਣੇ ਜੀਵ, ਜਿੱਦਾਂ ਕਹਿੰਦੇ ਨੇ ਕਿ ਇਹ ਕਹਿੰਦੇ ਅਣਜਾਣੇ ਕਹੀਦਾ ਵੀ ਜਿਹਦੀ ਬੁੱਧੀ ਅਜੇ ਬੱਚਿਆਂ ਵਾਂਗ ਹੋਵੇ, ਵੀ ਮਤਲਬ ਜ਼ਿਆਦਾ ਬੱਚੇ ਦੀ ਜਿੱਦਾਂ ਬੁੱਧੀ ਘੱਟ ਕੰਮ ਕਰਦੀ ਹੈ ਨਾ, ਫਿਰ ਹੌਲੀ ਹੌਲੀ ਜਿੱਦਾਂ ਵੱਡਾ ਹੁੰਦਾ ਜਾਂਦਾ ਅਤੇ ਮਤਲਬ ਜ਼ਿਆਦਾ ਸਮਝ ਪੈਂਦੀ ਜਾਂਦੀ ਹੈ। ਇਸ ਤਰ੍ਹਾਂ ਇਆਣੇ ਆ, ਮਤਲਬ ਇਆਣ ਜੀਵ ਨੂੰ ਕਹਿੰਦੇ ਨੇ। ਇਆਣੇ ਜੀਵ ਕਹਿੰਦੇ ਉਸ ਪਰਮਾਤਮਾ ਨੂੰ ਸਦਾ ਯਾਦ ਰੱਖ, ਜਿਨ ਕੀਆ, ਜਿਹਨੇ ਕਹਿੰਦੇ ਤੈਨੂੰ ਇਹ ਜੀਵਨ ਦਿੱਤਾ, ਜਿਹਨੇ ਤੈਨੂੰ ਬਣਾਇਆ, ਉਹਨੂੰ ਸਦਾ ਚੇਤੇ ਵਿੱਚ ਰੱਖ। ਕਹਿੰਦੇ ਉਹ ਤੇਰਾ, ਨਾਨਕ ਜੀ ਕਹਿੰਦੇ, ਸਦਾ ਦਾ ਨਿਭਣ ਵਾਲਾ ਸਾਥੀ ਹੈ ਪਰਮਾਤਮਾ ਜੀ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਹਿੰਦੇ ਹੇ ਜੀਵ, ਉਸ ਸੋਹਣੇ ਪਰਮਾਤਮਾ ਦੇ ਗੁਣ ਯਾਦ ਰੱਖ। ਕਹਿੰਦੇ ਦੇਖ ਤੈਨੂੰ ਉਹਨੇ ਕਿਸ ਕਿਸ ਚੀਜ਼ ਤੋਂ ਲੈ ਕੇ ਕਿੰਨਾ ਸੋਹਣਾ ਬਣਾ ਦਿੱਤਾ। ਪਿਤਾ ਦਾ ਬਿੰਦ, ਮਾਤਾ ਦੀ ਰਕਤ, ਵੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹਨਾਂ ਤੋਂ ਲੈ ਕੇ ਕਿੰਨਾ ਸੋਹਣਾ ਤੇਰਾ ਸਰੀਰ ਬਣਾ ਦਿੱਤਾ। ਕਹਿੰਦੇ ਵੀ ਕਿੰਨਾ ਸੋਹਣਾ ਹੁਣ ਤੂੰ ਲੱਗ ਰਿਹਾ, ਉਹਨੂੰ ਯਾਦ ਰੱਖ। ਕਹਿੰਦੇ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੇ ਉਬਾਰਿਆ। ਕਹਿੰਦੇ ਦੇਖ ਲਾ ਉਸ ਪਰਮਾਤਮਾ ਨੇ ਤੈਨੂੰ ਕਹਿੰਦੇ ਕਿੰਨਾ ਸੋਹਣਾ ਸੰਵਾਰ ਦਿੱਤਾ, ਸੋਹਣਾ ਮਨੁੱਖਾ ਜੀਵਨ ਤੈਨੂੰ ਦੇ ਦਿੱਤਾ। ਮਾਤਾ ਦੇ ਗਰਭ ਦੀ ਅਗਨੀ ਦੇ ਵਿੱਚੋਂ ਤੈਨੂੰ ਕਹਿੰਦੇ ਰੱਖਿਆ ਕਰਕੇ ਬਾਹਰ ਕੱਢ ਲਿਆਂਦਾ। ਕਹਿੰਦੇ ਉੱਥੇ ਵੀ ਤੇਰੀ ਰੱਖਿਆ ਕੀਤੀ। ਬਾਰ ਬਿਵਸਥਾ ਤੁਝੈ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ। ਕਹਿੰਦੇ ਜਦੋਂ ਤੂੰ ਜਨਮਿਆ ਤੇਰੇ ਲਈ ਮਾਤਾ ਦਾ ਦੁੱਧ ਤਿਆਰ ਸੀ, ਤੇਰੇ ਲਈ ਭੋਜਨ ਉਹ ਤਿਆਰ ਸੀ। ਕਹਿੰਦੇ ਫਿਰ ਜਦੋਂ ਕਹਿੰਦੇ ਤੈਨੂੰ ਜਵਾਨੀ 'ਚ ਆਇਆ, ਫਿਰ ਤੈਨੂੰ ਹੋਰ ਭੋਜਨ, ਹੋਰ ਸੁੱਖ, ਸਭ ਕੁਛ ਉਹਨੇ ਪ੍ਰਦਾਨ ਕੀਤੇ ਨੇ। ਬਿਰਦ ਪਿਆ ਉਪਰ ਸਾਕ ਸੈਨ ਮੁਖ ਆਪਿਆਓ ਬੈਠ ਕੋ ਦੈਨ। ਫਿਰ ਕਹਿੰਦੇ ਬੁਢਾਪੇ ਵਿੱਚ ਤੇਰੇ ਦੇਖ ਲੈ ਕਿੱਦਾਂ ਸਾਰੇ ਸਾਕ ਹੁੰਦੇ ਨੇ, ਜਿਹੜੇ ਤੇਰੇ ਰਿਸ਼ਤੇਦਾਰ ਹੁੰਦੇ ਨੇ, ਉਹ ਤੇਰੀ ਕਿੱਦਾਂ ਬੈਠੇ ਦੀ ਕਹਿੰਦੇ ਤੇਰੀ ਸਹਾਇਤਾ ਕਰਦੇ ਨੇ, ਤੈਨੂੰ ਬੈਠੇ ਨੂੰ ਖਾਣ ਪੀਣ ਨੂੰ ਦਿੰਦੇ ਨੇ। ਇਹ ਸਭ ਕੁਛ ਕਹਿੰਦੇ ਤੇਰੇ ਲਈ ਪਰਮਾਤਮਾ ਨੇ ਵਿਧੀ ਬਣਾਈ ਆ। ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ। ਫਿਰ ਨਾਨਕ ਜੀ ਆਪ ਹੀ ਜੀਵ ਲਈ ਬੇਨਤੀ ਕਰਦੇ ਨੇ ਕਿ ਹੇ ਪਰਮਾਤਮਾ ਜੀ, ਇਸ ਗੁਣਹੀਨ ਜੀਵ ਨੂੰ ਤਾਂ ਤੇਰੇ ਗੁਣ ਕੁਛ ਸੁਝਦੇ ਨਹੀਂ ਹੈਗੇ, ਵੀ ਤੂੰ ਹੀ ਕਹਿੰਦੇ ਇਹਦੇ 'ਤੇ ਕਿਰਪਾ ਕਰ ਤਾਂ ਇਹ ਦਰਗਾਹ ਦੇ ਵਿੱਚ ਤੇਰੇ ਸੁਰਖਰੂ ਹੋ ਜਾਵੇ। ਤੂੰ ਹੀ ਇਸ ਜੀਵ ਨੂੰ ਮੱਤ ਦੇ। ਕਹਿੰਦੇ ਵੀ ਤੇਰੇ ਗੁਣਾਂ ਬਾਰੇ ਇਸ ਜੀਵ ਨੂੰ ਕੁਛ ਪਤਾ ਹੀ ਨਹੀਂ ਹੈ, ਇਹ ਕੁਛ ਤੇਰੇ ਗੁਣ ਗਾਉਂਦਾ ਹੀ ਨਹੀਂ ਹੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਪਰਾਤ ਮੀਤ ਬਨਤਾ ਸੰਗ ਹਸੈ। ਕਹਿੰਦੇ ਉਹ ਪਰਮਾਤਮਾ ਜਿਹਦੀ ਕਿਰਪਾ ਦੇ ਨਾਲ ਤੂੰ ਇਸ ਧਰਤੀ ਉੱਤੇ ਸੁੱਖਾਂ ਵਿੱਚ ਬਸਦਾ ਹੈ, ਪੁੱਤ, ਭਰਾ, ਮਿੱਤਰ, ਇਸਤਰੀ ਸਾਰਿਆਂ ਦੇ ਨਾਲ ਹੱਸਦਾ ਖੇਡਦਾ ਹੈ। ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਾਵੁਕ ਅਮਲਾ। ਕਹਿੰਦੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਠੰਡਾ ਪਾਣੀ ਪੀਂਦਾ, ਤੈਨੂੰ ਵਰਤਣ ਦੇ ਲਈ ਕਹਿੰਦੇ ਉਹਨੇ ਹਵਾ ਦਿੱਤੀ ਆ, ਅਮੋਲਕ ਅੱਗ ਦਿੱਤੀ ਆ, ਤੈਨੂੰ ਸੁਖਦਾਈ ਬਣਾਇਆ। ਇਹ ਸਾਰੀਆਂ ਚੀਜ਼ਾਂ ਦੇ ਕੇ ਉਹਨੂੰ ਯਾਦ ਰੱਖ। ਇਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ।
ਕਹਿੰਦੇ ਉਹਦੀ ਕਿਰਪਾ ਦੇ ਨਾਲ ਤੈਨੂੰ ਇਹ ਸਾਰੇ ਭੋਜਨ ਪਦਾਰਥ ਮਿਲੇ ਨੇ, ਹੋਰ ਸਮੱਗਰੀ ਮਿਲੀ ਆ ਜਿਹਦੇ ਨਾਲ ਤੂੰ ਸੁਖੀ ਰਹਿ ਰਿਹਾ, ਵਰਤ ਰਿਹਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਕਹਿੰਦੇ ਪਰਮਾਤਮਾ ਨੇ ਤੈਨੂੰ ਹੱਥ, ਪੈਰ, ਕੰਨ, ਅੱਖਾਂ, ਜੀਵ ਸਭ ਕੁਛ ਤੈਨੂੰ ਕਹਿੰਦੇ ਇਹ ਅੰਗ ਪੈਰ ਦਿੱਤੇ ਨੇ। ਕਹਿੰਦੇ ਉਹਨੂੰ ਭੁਲਾ ਕੇ ਤੂੰ ਕਹਿੰਦੇ ਹੋਰ ਦੂਜੀਆਂ ਕਹਿੰਦੇ ਮਾਇਆ ਦੇ ਪ੍ਰੇਮ ਵਿੱਚ ਰਚਿਆ ਹੋਇਆ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਫਿਰ ਨਾਨਕ ਜੀ ਵਾਰ-ਵਾਰ ਬੇਨਤੀ ਕਰਦੇ ਨੇ ਪਰਮਾਤਮਾ ਅੱਗੇ ਕਿ ਹੇ ਪਰਮਾਤਮਾ ਜੀ, ਇਹ ਜੀਵ ਤਾਂ ਕਹਿੰਦੇ ਸਿਆਣੇ ਨੇ, ਮੂਰਖ ਨੇ, ਕਹਿੰਦੇ ਇਹਨਾਂ ਦੀ ਸਮਝ ਵਿੱਚ ਤੇਰੇ ਗੁਣ ਨਹੀਂ ਆਉਂਦੇ। ਫਿਰ ਇਸ ਤਰ੍ਹਾਂ ਦੇ ਜੇ ਔਗਣ ਨੇ ਇਹਨਾਂ ਦੇ ਵਿੱਚ, ਫਿਰ ਇਸ ਤਰ੍ਹਾਂ ਦੇ ਇਹਨਾਂ ਨੂੰ ਦੁੱਖ ਵਿਆਪਦੇ ਨੇ। ਕਹਿੰਦੇ ਹੇ ਪਰਮਾਤਮਾ ਜੀ, ਇਹਨਾਂ ਨੂੰ ਆਪ ਹੀ ਮੱਤ ਦਿਓ, ਆਪ ਹੀ ਇਹਨਾਂ ਨੂੰ ਆਪਣੇ ਚਰਨਾਂ 'ਚ ਲਾ ਲਿਓ। ਇਹਨਾਂ ਦੇ ਵੱਸ ਦੀ ਗੱਲ ਨਹੀਂ ਕਿ ਇਹ ਆਪ ਲੱਗ ਸਕਣ। ਵਾਹਿਗੁਰੂ ਜੀ, ਵਾਹਿਗੁਰੂ। ਆਦ ਅੰਤ ਜੋ ਰਾਖਣ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਕਹਿੰਦੇ ਉਹ ਪਰਮਾਤਮਾ ਜੋ ਜਨਮ ਤੋਂ ਲੈ ਕੇ ਮਰਨ ਤੱਕ ਜੀਵ ਦਾ ਰਖਵਾਲਾ, ਬਾਅਦ ਵਿੱਚ ਵੀ ਰਖਵਾਲਾ, ਕਹਿੰਦੇ ਉਹਦੇ ਨਾਲ ਤਾਂ ਇਹ ਮੂਰਖ ਜੀਵ ਪ੍ਰੀਤ ਪਾਉਂਦਾ ਹੀ ਨਹੀਂ ਹੈ। ਜਾ ਕੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ। ਕਹਿੰਦੇ ਉਹ ਪਰਮਾਤਮਾ ਜਿਹਦੀ ਸੇਵਾ ਭਗਤੀ ਕਰਨ ਦੇ ਨਾਲ ਸੰਸਾਰ ਦੀਆਂ 9 ਨਿਧੀਆਂ ਇਹਨੂੰ ਮਿਲ ਜਾਂਦੀਆਂ ਨੇ, ਕਹਿੰਦੇ ਇਹ ਗਾਫਲ ਉਹਦੇ ਦੇ ਨਾਲ ਮਨ ਜੋੜਦਾ ਹੀ ਨਹੀਂ ਹੈ। ਹਾਂਜੀ ਸੰਗਤ ਜੀ, ਕਈ ਦਫਾ ਮਨ ਦੇ ਵਿੱਚ ਇਸ ਤਰ੍ਹਾਂ ਖਿਆਲ ਆਉਂਦਾ ਹੈ, ਕਿਸੇ ਜੀਵ ਦੇ ਤੇ ਇੱਦਾਂ ਨਹੀਂ ਕਿ ਕਿਸੇ ਦਾ ਦਿਲ ਦੁਖੇ ਇਸ ਗੱਲ ਕਰਨ ਨਾਲ, ਸਿਰਫ ਮਤਲਬ ਇਹੀ ਆ ਕਿ ਕਈ ਦਫਾ ਆਪ ਨੂੰ ਵੀ ਲੱਗਦਾ ਕਿ ਕਈ ਦਫਾ ਕੋਈ ਇਕੱਠੇ ਬੈਠੇ ਹੋਈਏ, ਕੋਈ ਪਰਮਾਤਮਾ ਦੀ ਗੱਲ ਛੇੜੀਏ ਤਾਂ ਥੋੜ੍ਹੀ ਦੇਰ ਗੱਲ ਕਰਕੇ ਸਾਰੇ ਉਸ ਗੱਲ ਨੂੰ ਬੰਦ ਕਰਨਾ ਚਾਹੁੰਦੇ ਨੇ। ਮਤਲਬ ਦੂਸਰੀਆਂ ਗੱਲਾਂ ਸ਼ੁਰੂ ਕਰੋ ਤਾਂ ਬਹੁਤ ਲੰਬੀਆਂ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਹੁਣ ਪਾਠ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਕੇ ਪਾਉਂਦੇ ਵੀ ਹਾਂ, ਪਰ ਕਈ ਦਫਾ ਸੋਚਦੇ ਹਾਂ ਪਤਾ ਨਹੀਂ ਸੰਗਤ ਵਿੱਚ ਕੋਈ ਸੁਣਦੇ ਨੇ ਜਾਂ ਨਹੀਂ ਸੁਣਦੇ। ਫਿਰ ਹੁੰਦਾ ਵੀ ਚਲੋ ਜੇ 50 ਨੂੰ ਵੀ ਭੇਜਿਆ ਤਾਂ ਉਹਦੇ ਵਿੱਚੋਂ ਜੇ 5 ਨੇ ਵੀ ਸੁਣ ਲਿਆ, ਚਲੋ ਕਿਸੇ ਨੇ ਤਾਂ ਸੁਣਿਆ ਸੀ। ਅਤੇ ਕੋਸ਼ਿਸ਼ ਤਾਂ ਕਰੀਦੀ ਆ ਵੀ ਘੱਟ ਤੋਂ ਘੱਟ ਵੀ 20 ਕੁ ਮਿੰਟ ਦਾ ਹੀ ਕਰੀਏ। ਕਿਸੇ ਦਿਨ ਥੋੜ੍ਹਾ ਮੋਟਾ ਅਸ਼ਟਪਦੀ ਉੱਪਰ ਚਲੀ ਜਾਂਦੀ ਆ। ਇਹੀ ਸੋਚਿਆ ਕਿ ਵੀ ਜੇ 20 ਕੁ ਮਿੰਟ ਦਾ ਹੀ ਰੱਖ ਲਈਏ, ਸ਼ਾਇਦ ਕੋਈ ਸੁਣ ਲੇ। ਕਈ ਦਫਾ ਹੁੰਦਾ ਚਲੋ ਕੰਮ 'ਤੇ ਜਾਂਦਿਆਂ ਆਉਂਦਿਆਂ ਕੋਈ ਕਾਰ 'ਚ ਸੁਣ ਲੈ, ਕੋਈ ਕਿਚਨ 'ਚ ਕੰਮ ਕਰਦਿਆਂ ਸੁਣ ਲੈ, ਅਤੇ ਚਲੋ ਬਾਣੀ ਮਤਲਬ ਇਸ ਤਰ੍ਹਾਂ ਲੜੀਵਾਰ ਕਿਸੇ ਦੇ ਕੰਨ ਪੈਂਦੀ ਜਾਵੇ ਨਾ। ਅਤੇ ਕਦੇ ਚਲੋ ਸ਼ਬਦ ਦੇ ਨਾਲ ਮਨ ਬਦਲ ਜਾਏ ਕਿਸੇ ਦਾ, ਪਰ ਹੈ ਤੇ ਉਹਦੀ ਰਹਿਮਤ ਆ। ਜੀਵ ਤੇ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਚਲੋ ਜੇ ਪਰਮਾਤਮਾ ਨੇ ਕੁਛ ਥੋੜ੍ਹੀ ਮੋਟੀ ਰਹਿਮਤ ਕੀਤੀ ਆ, ਸੋਝੀ ਪਾਈ ਆ, ਤਾਂ ਇਹਨੂੰ ਵੰਡੀਏ, ਇਹਦੇ ਨਾਲ ਸਾਰਿਆਂ ਨੂੰ ਸਾਂਝ ਪਾਈਏ ਵੀ ਉਹਦਾ ਨਾਂ ਬੜਾ ਮਿੱਠਾ, ਉਹਦੀ ਯਾਦ ਬੜੀ ਮਿੱਠੀ ਆ, ਬੜਾ ਮਨ ਨੂੰ ਤਸੱਲੀ ਦਿੰਦੀ ਆ। ਬਾਕੀ ਜਦੋਂ ਜਦੋਂ ਉਹਨੇ ਰਹਿਮਤ ਕਰਨੀ ਆ ਉਸ ਤਰ੍ਹਾਂ ਹੀ ਰਹਿਮਤ ਹੋਣੀ ਆ, ਸਾਡੇ ਹੱਥ ਵੱਸ ਹੈ ਨਹੀਂ। ਵਾਹਿਗੁਰੂ ਜੀ, ਵਾਹਿਗੁਰੂ। ਪਰ ਵਿੱਚ ਬਾਣੀ 'ਤੇ ਉਹਨੇ ਇਹ ਵੀ ਲਿਖਿਆ, ਪਰਮਾਤਮਾ ਨੇ, ਪਾਤਸ਼ਾਹ ਨੇ ਲਿਖਿਆ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਫਿਰ ਇਹ ਵੀ ਕਿਹਾ ਵੀ ਇਹ ਜਿਹੜਾ ਮਨੁੱਖਾ ਜੀਵਨ ਆ ਦੁਰਲੱਭ ਆ, ਵੀ ਇਹਨੂੰ ਸਫਲ ਕਰ ਲੈ। ਫਿਰ ਇਹਦਾ ਮਤਲਬ ਕੁਛ ਸੁਤੰਤਰਤਾ ਦਿੱਤੀ ਆ ਨਾ ਪਰਮਾਤਮਾ ਨੇ ਜੀਵ ਨੂੰ, ਕਿ ਜੀਵ ਨੂੰ ਵੀ ਥੋੜ੍ਹਾ ਉੱਦਮ ਕਰਨਾ ਚਾਹੀਦਾ। ਵਾਹਿਗੁਰੂ ਜੀ, ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਸਭ 'ਤੇ ਮਿਹਰ ਕਰਿਓ ਜੀ। ਵਾਹਿਗੁਰੂ ਜੀ। ਆਦ ਅੰਤ ਜੋ ਰਾਖਣ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਦਾ ਜਾਨਤ ਦੂਰੇ। ਕਹਿੰਦੇ ਉਹ ਪਰਮਾਤਮਾ ਜੋ ਸਦਾ ਹੀ ਸੰਗ ਹੈ। ਕਹਿੰਦੇ ਜੀਵ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਪਰਮਾਤਮਾ ਨੂੰ ਦੂਰ ਹੀ ਸਮਝਦਾ ਰਹਿੰਦਾ ਆਪਣੇ ਤੋਂ।
जाकी टहल पावै दरगै मान, तिसै बिसारै मुगद अजान। ਕਹਿੰਦੇ ਉਹ ਪਰਮਾਤਮਾ ਜਿਹਦੀ ਸੇਵਾ ਭਗਤੀ ਕਰਿਆ ਉਹਦੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਮਿਲਦਾ। ਕਹਿੰਦੇ ਵਸ ਸਿਆਣੇਪਨ ਦੇ ਵਿੱਚ, ਮੂਰਖਤਾਈ ਦੇ ਵਿੱਚ ਜੀਵ ਉਹਨੂੰ ਵਿਸਾਰੀ ਰੱਖਦਾ ਪਰਮਾਤਮਾ ਨੂੰ। ਸਦਾ ਸਦਾ ਇਹ ਭੂਲਨਹਾਰ, ਨਾਨਕ ਰਾਖਨਹਾਰ ਅਪਾਰ। ਨਾਨਕ ਜੀ ਕਹਿੰਦੇ ਨੇ, ਹੇ ਰੱਖਿਆ ਕਰਨ ਵਾਲੇ ਅਪਾਰ ਪਰਮਾਤਮਾ ਜੀ, ਇਹ ਜੀਵ ਤਾਂ ਕਹਿੰਦੇ ਪਲ ਪਲ ਭੁੱਲਦੇ ਨੇ, ਔਗਣ ਕਰਦੇ ਨੇ। ਕਹਿੰਦੇ ਤੁਸੀਂ ਹੀ ਕਿਰਪਾ ਕਰਕੇ ਇਹਨਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖੋ, ਆਪਣਾ ਨਾਮ ਜਪਾਓ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਕਹਿੰਦੇ ਪਰਮਾਤਮਾ ਦਾ ਨਾਮ ਜੋ ਰਤਨ ਹੈ ਉਹਨੂੰ ਤਾਂ ਵਿਸਾਰ ਦਿੰਦਾ। ਮਾਇਆ ਕਹਿੰਦੇ ਜਿਹੜੇ ਕੌਡੀ ਤੋਂ ਵੀ ਕਹਿੰਦੇ ਮੁੱਲ ਘੱਟ ਆ, ਅਤੇ ਉਹਦੇ ਵਿੱਚ ਕਹਿੰਦੇ ਹਮੇਸ਼ਾ ਮਸਤ ਹੋਇਆ ਰਹਿੰਦਾ। ਕਹਿੰਦੇ ਉਹ ਪਰਮਾਤਮਾ ਦਾ ਨਾਮ ਸੱਚਾ, ਉਹਨੂੰ ਛੱਡ ਦਿੰਦਾ। ਮਾਇਆ ਝੂਠੀ ਆ, ਉਹਦੇ ਵਿੱਚ ਮਸਤ ਆ। ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜੋ ਤਾਂ ਕਹਿੰਦੇ ਮਾਇਆ ਇੱਥੇ ਛੱਡ ਜਾਣੀ ਆ, ਉਹਨੂੰ ਇੱਦਾਂ ਸਮਝਦਾ ਵੀ ਪਤਾ ਨਹੀਂ ਸਦਾ ਹੀ ਨਾਲ ਰਹਿਣੀ ਆ। ਜੋ ਕਹਿੰਦੇ ਪਰਮਾਤਮਾ ਸਦਾ ਸੰਗ ਆ, ਉਹਨੂੰ ਕਿਤੇ ਦੂਰ ਹੀ ਸਮਝਦਾ। ਛੋੜ ਜਾਏ ਤਿਸ ਕਾ ਸਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਕਹਿੰਦੇ ਜਿਹੜੀ ਤਾਂ ਮਾਇਆ ਇੱਥੇ ਹੀ ਛੱਡ ਜਾਣੀ ਆ, ਉਹਦੇ ਲਈ ਬੜੀ ਮਿਹਨਤ ਕਰਦਾ, ਕਹਿੰਦੇ ਬੜੀ ਭੱਜ ਦੌੜ ਆ। ਜੋ ਪਰਮਾਤਮਾ ਦਾ ਨਾਮ ਸਹਾਈ ਹੋਣਾ, ਉਹਨੂੰ ਕਹਿੰਦੇ ਤਿਆਗ ਦਿੰਦਾ। ਚੰਦਨ ਲੇਪ ਉਤਾਰੈ ਤੋਏ, ਗਰਤਬ ਪ੍ਰੀਤ ਭਸਮ ਸੰਗ ਹੋਏ। ਕਹਿੰਦੇ ਵੀ ਜਿਸ ਤਰ੍ਹਾਂ ਵੀ ਖੋਤਾ ਹੁੰਦਾ ਨਾ, ਉਹ ਕਹਿੰਦੇ ਉਹਦੀ ਸਵਾਹ ਦੇ ਨਾਲ ਪ੍ਰੀਤ ਹੁੰਦੀ ਆ। ਉਹ ਹਮੇਸ਼ਾ ਵੀ ਧੂੜ ਦੇ ਵਿੱਚ ਹੀ ਲਿਟਦਾ ਨਾ, ਉਹਨੂੰ ਕਹਿੰਦੇ ਜੇ ਤੁਸੀਂ ਚੰਦਨ ਦਾ ਲੇਪ ਵੀ ਲਾ ਦਿਓ ਤਾਂ ਵੀ ਉਹਨੇ ਧੂੜ ਦੇ ਵਿੱਚ ਹੀ ਲਿਟਣਾ। ਉਹਨੂੰ ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਚੰਦਨ ਦੀ ਕੀ ਕੀਮਤ ਆ। ਇਸ ਤਰ੍ਹਾਂ ਹੀ ਕਹਿੰਦੇ ਜੀਵ ਆ, ਜੀਵ ਨੂੰ ਪਤਾ ਨਹੀਂ ਹੈ ਕਿ ਪਰਮਾਤਮਾ ਦੇ ਨਾਮ ਦੀ ਕੀ ਕੀਮਤ ਆ, ਪਰ ਉਹ ਮਾਇਆ ਵਿੱਚ ਹੀ ਗਲਤਾਨ ਰਹਿੰਦਾ। ਇਹ ਉਦਾਹਰਨ ਦੇ ਰਹੇ ਨੇ ਕਿ ਵੀ ਇਸ ਤਰ੍ਹਾਂ ਜਿਵੇਂ ਖੋਤੇ ਨੂੰ ਪਤਾ ਨਹੀਂ ਨਾ ਵੀ ਚੰਦਨ ਦਾ ਕੀ ਮੁੱਲ ਆ, ਸਵਾਹ 'ਚ ਹੀ ਲਿਟਦਾ, ਇਸ ਤਰ੍ਹਾਂ ਹੀ ਜੀਵ ਦਾ ਹਾਲ ਆ। ਕਹਿੰਦੇ ਜਿਹੜਾ ਨਾਮ ਨਹੀਂ ਜਪਦਾ ਨਾ, ਉਹਨੂੰ ਪਤਾ ਹੀ ਨਹੀਂ ਵੀ ਨਾਮ ਦੀ ਕੀ ਕੀਮਤ ਆ, ਉਹ ਮਾਇਆ ਦੀ ਉਹ ਕੀਮਤ ਸਮਝੀ ਬੈਠਾ। ਵਾਹਿਗੁਰੂ ਵਾਹਿਗੁਰੂ। ਅੰਧਕੂਪ ਮਹਿ ਪਤਿਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਫਿਰ ਬੇਨਤੀ ਕਰਦੇ ਨੇ ਨਾਨਕ ਜੀ, ਕਹਿੰਦੇ ਹੇ ਦਿਆਲੂ ਪਰਮਾਤਮਾ ਜੀ, ਕਹਿੰਦੇ ਇਹ ਜੀਵ ਤਾਂ ਕਹਿੰਦੇ ਮਾਇਆ ਦੇ ਅੰਧੇ ਖੂਹ ਦੇ ਵਿੱਚ, ਵਿਕਾਰਾਂ ਦੇ ਵਿੱਚ ਹੀ ਕਹਿੰਦੇ ਲਿਬੜਿਆ ਹੋਇਆ। ਕਹਿੰਦੇ ਤੁਸੀਂ ਹੀ ਕਿਰਪਾ ਕਰਕੇ ਇਹਨੂੰ ਕੱਢਣਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਕਹਿੰਦੇ ਪਰਮਾਤਮਾ ਨੇ ਇਹਨੂੰ ਦਿੱਤਾ ਤਾਂ ਮਨੁੱਖਾ ਜੀਵਨ ਆ, ਪਰ ਕਹਿੰਦੇ ਜਿਸ ਤਰ੍ਹਾਂ ਦੇ ਕੰਮ ਕਰ ਰਿਹਾ, ਉਹ ਕਹਿੰਦੇ ਵੀ ਜਿਵੇਂ ਪਸ਼ੂਆਂ ਵਾਲੇ ਹੁੰਦੇ ਨੇ ਜੋ ਸੋਚ ਨਹੀਂ ਸਕਦੇ ਹੈਗੇ। ਕਹਿੰਦੇ ਦਿਨ ਰਾਤ ਕਹਿੰਦੇ ਵੀ ਜਿੱਥੇ ਹੈਗਾ ਵੀ ਲੋਕਾਂ ਨੂੰ ਖੁਸ਼ ਕਰਨ ਵਾਲਾ ਕੰਮ, ਵੀ ਉਹਦੇ ਵਿੱਚ ਹੀ ਮਸਤ ਰਹਿੰਦਾ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ ਨਾਹੀਂ ਕਛ ਕਰੈ ਛਪਾਇਆ। ਕਹਿੰਦੇ ਬਾਹਰੋਂ ਤੇ ਕਈ ਦਫਾ ਧਾਰਮਿਕ ਭੇਖ ਕਰਦਾ ਜੀਵ, ਪਰ ਅੰਦਰ ਮਾਇਆ ਦੀ ਮੈਲ ਆ। ਬਾਹਰੋਂ ਇਹ ਦਿਖਾਵਾ ਕਰਦਾ ਵੀ ਮੈਂ ਧਾਰਮਿਕ ਹਾਂ, ਪਰ ਕਹਿੰਦੇ ਵੀ ਇਹ ਕੁਛ ਜੇ ਜੀਵ ਵਿਖਾਵਾ ਵੀ ਕਰਦਾ, ਇਹ ਛੁਪ ਨਹੀਂ ਸਕਦਾ, ਕਿਉਂਕਿ ਪਰਮਾਤਮਾ ਤੇ ਅੰਤਰਜਾਮੀ ਆ, ਉਹ ਸਭ ਦੇ ਦਿਲ ਦੀ ਜਾਣਦਾ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਕਹਿੰਦੇ ਜੀਵ ਦੇ ਅੰਦਰ ਤਾਂ ਲੋਭ ਹੈ, ਕਹਿੰਦੇ ਬੜਾ ਲੋਭ ਕਹਿੰਦੇ ਮਾਇਆ ਦਾ ਲੱਗਿਆ, ਪਦਾਰਥਾਂ ਦਾ ਲੱਗਿਆ।
ਬਾਹਰੋਂ ਕਹਿੰਦੇ ਚਾਹੇ ਉਹ ਦਿਖਾਉਂਦਾ ਕਿ ਮੈਂ ਬੜਾ ਗਿਆਨੀ ਆ, ਧਿਆਨੀ ਆ ਤੇ ਤੀਰਥਾਂ 'ਤੇ ਇਸ਼ਨਾਨ ਕਰ ਰਿਹਾ, ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾਹ। ਕਹਿੰਦੇ ਜਿਸ ਜੀਵ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਆ, ਕਹਿੰਦੇ ਬਾਹਰੋਂ ਵੀ ਜਿਹੜਾ ਉਹਦਾ ਤਨ ਹੈ ਨਾ, ਸਰੀਰ, ਉਹ ਫਿਰ ਕੋਈ ਜ਼ਿਆਦਾ ਚੰਗਾ ਨਹੀਂ ਲੱਗਦਾ ਹੈਗਾ। ਉਹ ਬਾਹਰ ਵੀ ਦਿਖਾਵਾ ਦਿੰਦਾ, ਫਿਰ ਬਾਹਰ ਆ ਜਿਹੜੀ ਚੀਜ਼ ਅੰਦਰ ਆ ਉਹ ਬਾਹਰੋਂ ਵੀ ਦਿਖਾਈ ਦਿੰਦੀ ਆ। ਫਿਰ ਕਹਿੰਦੇ ਜਦੋਂ ਜੀਵ ਨੇ ਆਪਣੇ ਗਲ ਦੇ ਵਿੱਚ ਵਿਕਾਰਾਂ ਦਾ ਪੱਥਰ ਬੰਨ੍ਹ ਲਿਆ, ਕਹਿੰਦੇ ਫਿਰ ਇਸ ਸਮੁੰਦਰ ਨੂੰ, ਸੰਸਾਰ ਦੇ ਨੂੰ, ਭਵਜਲ ਨੂੰ ਕਿਵੇਂ ਤਰ ਸਕਦਾ, ਹੋਰ ਭਾਰਾ ਕਰ ਲਿਆ ਨਾ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਪਰਮਾਤਮਾ ਆਪ ਵਸ ਗਿਆ, ਆ ਕੇ ਆਪ ਪ੍ਰਗਟ ਹੋ ਗਿਆ, ਉਹ ਕਹਿੰਦੇ ਸੇਵਕ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੇ ਓੜ ਨਿਭਾਵੈ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਪੋਰਾ। ਇੱਥੇ ਪਾਤਸ਼ਾਹ ਨੇ ਬਹੁਤ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾਇਆ। ਕਹਿੰਦੇ ਵੀ ਜਿਸ ਤਰ੍ਹਾਂ ਇੱਕ ਜਿਹੜਾ ਹੈਗਾ ਜੀਵ ਹੈ ਜਿਹਨੂੰ ਸੁਣ ਨਹੀਂ ਰਿਹਾ, ਕਹਿੰਦੇ ਵੀ ਉਹਨੂੰ ਬੁਝਾਰਤ ਕਿਵੇਂ ਬੁੱਝ ਲੂਗਾ, ਉਹਨੂੰ ਤਾਂ ਸੁਣ ਹੀ ਨਹੀਂ ਰਿਹਾ। ਜੇ ਕਹਿੰਦੇ ਆਪਾਂ ਉਹਨੂੰ ਕਹਿੰਦੇ ਆ ਵੀ ਰਾਤ ਆ, ਉਹ ਦਿਨ ਸਮਝ ਲੈਂਦਾ, ਕਿਉਂਕਿ ਉਹਨੂੰ ਸੁਣਦਾ ਨਹੀਂ ਵਿਚਾਰੇ ਨੂੰ। ਫਿਰ ਇਸ ਤਰ੍ਹਾਂ ਹੀ ਕਹਿੰਦੇ ਕਹਾਂ ਬਿਸਨ ਪਦ ਗਾਵੇ ਗੁੰਗ, ਕਹਿੰਦੇ ਜਿਹੜਾ ਇੱਕ ਬੋਲ ਨਹੀਂ ਸਕਦਾ ਉਹ ਕਹਿੰਦੇ ਕਿੱਥੋਂ ਗਾ ਸਕਦਾ। ਵੀ ਜਦੋਂ ਉਹ ਬੋਲ ਹੀ ਨਹੀਂ ਸਕਦਾ, ਉਹ ਗਾਉਣਾ ਤਾਂ ਉਹਦਾ ਇੱਕ ਪਾਸੇ ਰਹਿ ਗਿਆ। ਫਿਰ ਕਹਿੰਦੇ ਕਹਿ ਪਿੰਗਲ ਪਰਵਤ ਪਰ ਪਵਨ, ਨਹੀਂ ਹੋਤ ਉਹਾ ਉਸ ਗਵਨ। ਫਿਰ ਕਹਿੰਦੇ ਵੀ ਇੱਕ ਜਿਹੜਾ ਲੂਲਾ ਉਹ ਘਰ ਪਰਬਤ ਦੇ ਉੱਪਰ ਕਿੱਦਾਂ ਬਣਾ ਦੂਗਾ, ਉਹਦਾ ਤਾਂ ਕਹਿੰਦੇ ਉੱਥੇ ਜਾਣਾ ਹੀ ਮੁਸ਼ਕਿਲ ਆ ਤੁਰ ਕੇ। ਫਿਰ ਕਹਿੰਦੇ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਫਿਰ ਕਹਿੰਦੇ ਨੇ ਇਹ ਸਾਰੇ ਆਪਾਂ ਦੁਬਾਰਾ ਫਿਰ ਸਮਝੀਏ ਵੀ ਜਿਸ ਤਰ੍ਹਾਂ ਕਹਿੰਦੇ ਇੱਕ ਸੁਣ ਨਹੀਂ ਸਕਦਾ ਤਾਂ ਉਹ ਬੁਝਾਰਤ ਕਿਵੇਂ ਬੁੱਝ ਲੂਗਾ, ਤੇ ਇੱਕ ਬੋਲ ਨਹੀਂ ਸਕਦਾ ਤਾਂ ਉਹ ਗਾ ਕਿਵੇਂ ਲਊਗਾ, ਇੱਕ ਤੁਰ ਨਹੀਂ ਸਕਦਾ ਤੇ ਉਹ ਕਿੱਥੇ ਆਪਣਾ ਘਰ ਜਾ ਕੇ ਪਰਬਤ 'ਤੇ ਬਣਾ ਲੂਗਾ, ਹੈ ਨਾ। ਫਿਰ ਉਹ ਕਹਿੰਦੇ ਵੀ ਇਹਨਾਂ ਨੂੰ ਤਾਂ ਵੱਡੇ ਆਸਰੇ ਦੀ ਲੋੜ ਆ। ਹੁਣ ਜੇ ਕਹਿੰਦੇ ਵੀ ਜਿਹਨੂੰ ਦਿਸਦਾ ਨਹੀਂ ਹੈਗਾ, ਕਹਿੰਦੇ ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹ ਓੜ ਨਿਭਾਵੈ। ਫਿਰ ਕਹਿੰਦੇ ਵੀ ਜੇ ਇੱਕ ਅੰਨਾ ਹੈਗਾ ਵੀ ਤਾਂ ਉਹਨੂੰ ਸੁਣਨ ਦੇ ਨਾਲ ਕਿੱਥੋਂ ਮਾਰਗ ਦਾ ਪਤਾ ਲੱਗ ਜੂਗਾ। ਹਾਂ ਇਹ ਹੈਗਾ ਵੀ ਜੇ ਉਹਦਾ ਆਪਾਂ ਹੱਥ ਫੜ ਕੇ ਲੈ ਕੇ ਚੱਲੀਏ ਫਿਰ ਉਹ ਤੁਰ ਲੂਗਾ, ਹੈ ਨਾ। ਇਸ ਤਰ੍ਹਾਂ ਫਿਰ ਕਹਿ ਰਹੇ ਨੇ ਕਿ ਵੀ ਹੇ ਪਰਮਾਤਮਾ ਜੀ, ਨਾਨਕ ਤੁਮਰੀ ਕਿਰਪਾ ਕਰੇ। ਕਹਿੰਦੇ ਵੀ ਨਾਨਕ ਜੀ ਕਹਿੰਦੇ ਨੇ ਵੀ ਇਹ ਤੁਸੀਂ ਪਰਮਾਤਮਾ ਜੀ ਕਿਰਪਾ ਕਰੋ, ਤੁਹਾਡੇ ਅੱਗੇ ਬੇਨਤੀ ਆ ਵੀ ਇਸ ਜੀਵ ਨੂੰ ਤੁਸੀਂ ਹੀ ਆਪਣੇ ਲੜ ਲਾ ਕੇ ਸਮਝਾਓ, ਆਪਣਾ ਨਾਮ ਤੁਸੀਂ ਹੀ ਜਪਾਓ। ਜਿਸ ਤਰ੍ਹਾਂ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਨਾ ਵੀ ਇਹਨਾਂ ਸਾਰੇ ਜੀਵਾਂ ਨੂੰ ਕੋਈ ਆਸਰਾ ਜਦੋਂ ਮਿਲ ਜਾਂਦਾ, ਫਿਰ ਇਹ ਆਪਣਾ ਜਿਹੜੀ ਇਹਨਾਂ ਦੀ ਕੋਈ ਕਮੀ ਹੈਗੀ ਆ ਉਹਦੇ ਹੁੰਦਿਆਂ ਹੋਇਆਂ ਵੀ ਫਿਰ ਇਹ ਆਪਣਾ ਜਿੱਦਾਂ ਕਹਿੰਦੇ ਨੇ ਵੀ ਨਿਰਵਾਹ ਇਹਨਾਂ ਦਾ ਹੋ ਜਾਂਦਾ। ਇਸ ਤਰ੍ਹਾਂ ਹੀ ਜੀਵ ਦਾ ਹੈਗਾ। ਕਹਿੰਦੇ ਵੀ ਪਰਮਾਤਮਾ ਜੀ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਆਪਣੇ ਲੜ ਲਾ ਲਓ, ਆਪਣਾ ਨਾਮ ਜਪਾ ਲਓ, ਵੀ ਅਸੀਂ ਤਾਂ ਔਗਣਹਾਰੇ ਜੀਵ ਹਾਂ, ਤੁਸੀਂ ਕਿਰਪਾ ਕਰੋ। ਵਾਹਿਗੁਰੂ ਜੀ, ਵਾਹਿਗੁਰੂ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੇ ਓੜ ਨਿਭਾਵੈ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਪੋਰਾ। ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਵੀ ਸੁਰ ਪੰਗ। ਕਹਿ ਪਿੰਗਲ ਪਰਵਤ ਪਰ ਪਵਨ, ਨਹੀਂ ਹੋਤ ਉਹਾ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਕਹਿੰਦੇ ਹੇ ਨਾਨਕ ਜੀ ਕਹਿੰਦੇ ਹੇ ਪਰਮਾਤਮਾ ਜੀ, ਤੇਰੀ ਕਿਰਪਾ ਨਾਲ ਹੀ ਇਹ ਤਰ ਸਕਦੇ ਨੇ ਜੀਵ।
ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਕਹਿੰਦੇ ਜੋ ਪਰਮਾਤਮਾ ਸਦਾ ਸੰਗ ਆ, ਉਹ ਤਾਂ ਜੀਵ ਨੂੰ ਚੇਤੇ ਨਹੀਂ ਆਉਂਦਾ। ਕਹਿੰਦੇ ਬਾਕੀ ਜਿਹੜੇ ਵਿਕਾਰ ਨੇ ਉਹਨਾਂ ਦੇ ਨਾਲ ਬੜਾ ਪ੍ਰੇਮ ਆ। ਬਲੂਆ ਕੇ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਕਹਿੰਦੇ ਇਸ ਤਰ੍ਹਾਂ ਹੈ ਜੀਵ ਜਿਵੇਂ ਕਹਿੰਦੇ ਰੇਤ ਦੇ ਘਰ ਵਿੱਚ ਰਹਿੰਦਾ ਹੁੰਦਾ, ਕਿਉਂਕਿ ਰੇਤ ਜਦੋਂ ਘਰ ਜਿਵੇਂ ਢਹਿੰਦਾ 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 ਜਾਂਦਾ ਨਾ, ਇਸ ਤਰ੍ਹਾਂ ਹੀ ਕਹਿੰਦੇ ਫਿਰ ਜੀਵ ਦੀ ਜਿਹੜੀ ਉਮਰ ਆ ਕਿਵੇਂ ਹੌਲੀ ਹੌਲੀ ਖਤਮ ਹੋ ਰਹੀ ਆ। ਕਹਿੰਦੇ ਪਰ ਇਹ ਮਾਇਆ ਦੇ ਰੰਗਾਂ ਵਿੱਚ ਹੀ ਰਚਿਆ ਹੋਇਆ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੈ ਚੀਤ। ਕਹਿੰਦੇ ਜੀਵ ਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜਾ ਇਹ ਜੀਵਨ ਆ ਪਤਾ ਨਹੀਂ ਸਦਾ ਦਾ ਹੀ ਹੈ। ਇਸ ਤਰ੍ਹਾਂ ਦੀ ਕਹਿੰਦੇ ਉਹਨੂੰ ਮਨ ਦੇ ਵਿੱਚ ਹੈ ਵੀ ਪਤਾ ਨਹੀਂ ਜਿਹੜਾ ਜੀਵਨ ਆ ਸੱਚਾ, ਕਹਿੰਦੇ ਉਹਨੂੰ ਮੌਤ ਯਾਦ ਹੀ ਨਹੀਂ ਆਉਂਦੀ ਹੈਗੀ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਤਰੋਹ। ਇਆਹੂ ਜੁਗਤ ਬਿਹਾਨੈ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ। ਕਹਿੰਦੇ ਜੀਵ ਨੂੰ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਲੋਭ ਤੇ ਦੂਜਿਆਂ ਨਾਲ ਦਗਾ ਕਰਨਾ, ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿੰਦੇ ਜੀਵ ਨੇ ਪਤਾ ਨਹੀਂ ਕਿੰਨੇ ਕੁ ਜਨਮ ਕਹਿੰਦੇ ਇਹਨੇ ਬਿਤਾਏ ਨੇ ਇਸ ਤਰ੍ਹਾਂ ਦੇ ਮਾੜੇ ਵਿਕਾਰਾਂ ਵਿੱਚ ਲੱਗ ਕੇ। ਨਾਨਕ ਜੀ ਕਹਿੰਦੇ ਨੇ ਹੇ ਪਰਮਾਤਮਾ ਜੀ, ਤੁਸੀਂ ਹੁਣ ਕਿਰਪਾ ਕਰਕੇ ਰਹਿਮਤ ਕਰਕੇ ਇਸ ਜੀਵ ਨੂੰ ਆਸਰਾ ਦਿਓ, ਰੱਖਿਆ ਕਰੋ ਇਹਦੀ। ਕਹਿੰਦੇ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਕਹਿੰਦੇ ਹੇ ਪਰਮਾਤਮਾ ਜੀ, ਤੁਸੀਂ ਸਾਡੇ ਸੁਆਮੀ ਹੋ, ਤੁਹਾਡੇ ਅੱਗੇ ਬੇਨਤੀ ਹੈ, ਇਹ ਸਾਡੀ ਜਿੰਦ ਸਰੀਰ ਇਹ ਸਭ ਤੇਰੀ ਦਿੱਤੀ ਹੋਈ ਪੂੰਜੀ ਆ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਕਹਿੰਦੇ ਤੁਸੀਂ ਸਾਡੇ ਮਾਤਾ ਪਿਤਾ ਹੋ, ਅਸੀਂ ਤੁਹਾਡੇ ਬੱਚੇ ਆ। ਕਹਿੰਦੇ ਤੁਸੀਂ ਕਿਰਪਾ ਕਰੋ ਤਾਂ ਅਸੀਂ ਸੁੱਖਾਂ ਦੇ ਘਰ ਵਿੱਚ ਵਸ ਸਕਦੇ ਹਾਂ। ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਕਹਿੰਦੇ ਹੇ ਪਰਮਾਤਮਾ ਜੀ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ, ਤੁਸੀਂ ਸਭ ਤੋਂ ਉੱਚੇ ਪਰਮਾਤਮਾ ਜੀ ਹੋ, ਭਗਵਾਨ ਜੀ ਹੋ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਕਹਿੰਦੇ ਇਸ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਤੁਹਾਡੇ ਹੁਕਮ ਵਿੱਚ ਹੋ ਰਿਹਾ ਹੈ। ਸਾਰੀ ਸ੍ਰਿਸ਼ਟੀ ਕਹਿੰਦੇ ਤੁਹਾਡੇ ਹੁਕਮ ਦੀ ਆਗਿਆ 'ਚ ਚੱਲ ਰਹੀ ਆ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਕਹਿੰਦੇ ਹੇ ਪਰਮਾਤਮਾ ਜੀ, ਤੁਹਾਡੀ ਕਿਸ ਤਰ੍ਹਾਂ ਦੀ ਅਵਸਥਾ ਹੈ, ਤੁਸੀਂ ਕਿੰਨੇ ਕੁ ਵੱਡੇ ਹੋ, ਤੁਹਾਡਾ ਭੇਦ ਅਸੀਂ ਨਹੀਂ ਜਾਣ ਸਕਦੇ। ਇਹ ਸਭ ਕੁਝ ਤੁਹਾਨੂੰ ਆਪ ਨੂੰ ਹੀ ਪਤਾ ਹੈ। ਜਿੱਡੇ ਵੱਡੇ ਤੁਸੀਂ ਹੋ ਇਹ ਤੁਹਾਨੂੰ ਆਪਣਾ ਆਪ ਸਭ ਕੁਝ ਤੁਹਾਨੂੰ ਪਤਾ ਹੈ। ਜੀਵ ਤੁਹਾਡਾ ਅੰਤ ਨਹੀਂ ਪਾ ਸਕਦੇ। ਪਰ ਹਾਂ ਨਾਨਕ ਜੀ ਕਹਿੰਦੇ ਨੇ ਤੁਹਾਡੇ ਦਾਸ ਤੁਹਾਡੇ ਤੋਂ ਸਦਾ ਸਦਕੇ ਜਾਂਦੇ ਨੇ, ਤੁਹਾਡੇ ਤੋਂ ਸਦਾ ਕੁਰਬਾਨ ਜਾਂਦੇ ਨੇ ਪਰਮੇਸ਼ਰ ਜੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ ਦੇਣੀਆਂ। ਸਤਿਗੁਰੂ ਜੀ ਅੱਗੇ ਤੋਂ ਸਮੱਤ ਬਖਸ਼ ਦਿਓ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।